ਸਾਹਿਬ ਜੀ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ, ਜਿਹ ਲਗ ਭਉ ਜਲ ਤਰਨਾ। ਬਿਨਤ ਕਰੂੰ ਅਰਦਾਸ ਸੁਨੋ, ਜੇ ਠਾਕੁਰ ਭਾਵੈ। ਦੇਹ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੇ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸਰਬ ਸੁੱਖਾਂ ਦੇ ਦਾਤੇ, ਜੁਗੋ ਜੁਗ ਅਟਲ, ਬਾਣੀ ਦੇ ਬੋਹਿਤ ਸਤਿਗੁਰੂ, ਬ੍ਰਹਮ ਗਿਆਨ ਦੇ ਸਾਗਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹਾਂ, ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਇਸ ਸਥਾਨ ਦੇ ਹੈਡ ਗ੍ਰੰਥੀ ਸਾਹਿਬ ਮਾਨਯੋਗ ਗਿਆਨੀ ਰਣਜੀਤ ਸਿੰਘ ਸਾਹਿਬ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਲੜੀਵਾਰ ਕਥਾ ਵਿਚਾਰ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਨਾਲ ਸੰਬੰਧਿਤ ਗੁਰੂ ਕੇ ਅਮੋਲ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਇਹ ਪਾਵਨ ਬਚਨ ਸ਼੍ਰੀਮਾਨ ਭਗਤ ਰਵਿਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਵਿੱਚ ਅੰਕਿਤ ਨੇ। ਦੂਸਰੇ ਨੰਬਰ ਤੇ ਇਹ ਮੁੱਖ ਵਾਕ ਅੰਕਿਤ ਹੈ। ਭਗਤ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਮਨੁੱਖ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਕੋਈ ਵੀ ਮਨੁੱਖ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜ ਕੇ ਜ਼ਿੰਦਗੀ 'ਚ ਮਹਾਨ ਬਣ ਸਕਦਾ ਹੈ। ਭਗਤ ਸ਼ਬਦ ਦੇ ਜਦੋਂ ਆਪਾਂ ਅਰਥ ਪੜ੍ਹਦੇ ਹਾਂ, ਜਿਹੜਾ ਮਨੁੱਖ ਮਨੁੱਖੀ ਸਮਾਜ ਵਿੱਚ ਰਹਿੰਦੇ ਆ, ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੋਇਆ, ਮਨੁੱਖਤਾ ਦੀ ਸੇਵਾ ਕਰਦਾ ਹੋਇਆ, ਵੰਡ ਕੇ ਛਕਦਾ, ਕਿਰਤ ਕਰਦਾ, ਉਹ ਭਗਤ ਹੈ। ਭਗਤ ਦਾ ਅਰਥ ਕੋਈ ਭੇਖ ਨਹੀਂ ਹੈ, ਜਾਂ ਵੇਲੜਾ ਨੂੰ ਗੁਰਮਤਿ ਨੇ ਭਗਤ ਨਹੀਂ ਕਿਹਾ। ਭਗਤ ਲਹਿਰ ਦਾ ਜਦੋਂ ਆਪਾਂ ਪਿਛੋਕੜ ਪੜ੍ਹਦੇ ਹਾਂ, ਉਸ ਸਮੇਂ ਦੇ ਦੌਰਾਨ ਇਹ ਭਗਤੀ ਲਹਿਰ ਹੋਂਦ ਵਿੱਚ ਆਈ ਜਦੋਂ ਹਿੰਦੁਸਤਾਨੀ ਸਮਾਜ ਵਿੱਚ ਬੜੀ ਵੱਡੀ ਗਿਰਾਵਟ ਆ ਚੁੱਕੀ ਸੀ। ਭਗਤ ਦਾ ਅਰਥ ਇਹ ਹੈ ਕਿ ਉਹ ਕੇਵਲ ਆਪਣੇ ਲਈ ਹੀ ਨਹੀਂ ਜਿਉਂਦਾ, ਉਹ ਆਪਣੇ ਸਮਾਜ ਨੂੰ ਡਿਵੈਲਪ ਕਰਨ ਦੇ ਲਈ, ਮਨੁੱਖਤਾ ਦੀ ਸੇਵਾ ਕਰਦਾ ਹੋਇਆ ਆਪਣਾ ਆਪ ਮਨੁੱਖਤਾ ਦੀ ਖਾਤਰ ਲਗਾ ਦਿੰਦਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਸਾਹਿਬ ਜੀ ਨੇ ਇੱਕ ਬਚਨ ਕਿਹਾ ਕਿ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਕੋਈ ਵਿਰਲਾ ਅਜਿਹਾ ਭਗਤ ਹੁੰਦਾ ਜਿਹੜਾ ਹੈ ਬੜਾ ਗਿਆਨਵਾਨ, ਪਰ ਬੜਾ ਉਹ ਅਣਜਾਣ ਜਿਹਾ, ਸਿੰਪਲ ਜਿਹਾ ਸੰਸਾਰ ਵਿੱਚ ਵਿਚਰਦਾ, ਆਪਣੇ ਉਸ ਗਿਆਨ ਦਾ ਅਡੰਬਰ ਨਹੀਂ ਕਰਦਾ। ਜ਼ਿਆਦਾਤਰ ਆਪਾਂ ਧਾਰਮਿਕ ਜਗਤ ਅੰਦਰ ਅਡੰਬਰ ਬੜਾ ਦੇਖਦੇ ਹਾਂ, ਲੇਕਿਨ ਗੁਰਮਤਿ ਨੇ ਬਾਹਰਲੇ ਭੇਖ ਦੇ ਨਾਲ ਅੰਦਰੋਂ ਆਤਮਿਕ ਗੁਣਾਂ ਦੀ ਗੱਲ ਕੀਤੀ ਹੈ
कि मनुख आत्मक तौर पर बहुत ज्ञानवान हुंदा है पर अडंबर नहीं करता, आत्मक तौर पर बहुत बलवान हुंदा है लेकिन उस बल का वो हंकार नहीं करता, निमरता विच विचरदा है। ते लोकां दे दुखां नूं दूर करन दे लई भावें उहदे कोल कुछ वंडण लई है जां नहीं, पर अपना हिस्सा भी लोकां लई जिहड़ा वंड देवे वो भगत है। गुरु अमरदास जी महाराज ने भी भगतां दी गल अपनी पावन बाणी अंदर कीती है कि भगतां दा इस जगत विच जीवन दा ढंग दुनिया तो वखरा ही हुंदा है। ज़्यादातर तो आपां सारे प्रचलित रीति रिवाजां दे अनुसार तुरे चले जा रहे हैं कि फलाना ये काम करदा सी आपां भी करना है, समाज ये काम कर रहा आपां भी करते हैं। जे समाज में भेख की पूजा तो आपां भी करनी शुरू कर दी, पखंड की गल है तो आपां पखंड करने शुरू करते। ज़्यादातर साडा जीवन का ढंग यह है कि जिधर ज़्यादा भीड़ जाए आपां उधर नूं तुरना पसंद करते, भावें वो ठीक होवे जां ना होवे। लेकिन गुरु बाबा जी कहते भगतां की चाल निराली, चालां निराली, भगतां केरी बिखम मार्ग चलना, लब लोभ अहंकार तज तृष्णा बहुत नाही बोलना, खन्नेओ तिखी वालों निक्की एत मार्ग जाना। भगतां दी जिंदगी दा ढंग निराला हुंदा है। ये गल ये चेते रखिए, जदों तुसीं कोई निराला काम करोगे, दुनिया तो वखरा काम करोगे जां इवें कह लो समाजिक कुरीतियां दे विरुद्ध बोलोगे तो वह मार्ग बिखम हुंदा है, वो खंडे की धार तो तिखा हुंदा है। वो गल भावें अज दी है तो भावें भगत जनां दे वेले दी है। जिवें तुसीं समाजिक बुराइयां दे विरुद्ध गल करोगे, कोई इनकलाबी गल करोगे, दुनिया तुहाडे रस्ते विच अड़िके खड़े करेगी। जदों भगत जनां दी जिंदगी आपां पढ़दे, उन्हां दी जिंदगी च बड़ियां रुकावटां आईयां। ये जरूरी नहीं कि जिहड़े भगत गरीब वर्ग चों पैदा होए उन्हां दी जिंदगी च, भगत अमीर वर्ग चों भी बड़े पैदा होए, जयदेव जी वर्गे, रामानंद जी वर्गे उच्च जातियां दे भगत सन। समाज ने उन्हां दी विरोधता भी कीती। गुरु नानक साहब जी ने जो निर्मल पंथ की आरंभता की, गुरु नानक साहब जी तो खतरी कुल चो ही सन, लेकिन विरोधता गुरु नानक साहब जी की हुई, गुरु कलगीधर पातशाह जी की भी हुई। जिहड़ा भी प्रचलित रीति रिवाजां तो उल्ट जां सच की इनकलाब की गल करेगा, दुनिया उसकी हमेशा विरोधता करेगी, भावें वो किसी भी कुल विचों होए। लेकिन गुरु बाबा जी कहते बिखम मार्ग चलना, भगत जिहड़े ने हमेशा बिखम मार्ग ते चलते हैं। ये मार्ग खंडे की धार तो तिखा है, वाल नालों निक्का है, लेकिन इस मार्ग ते चल के उन्होंने आनंद मिलता है। भगत जनां ने अपने समय के अंदर जो समाज के अंदर राजनीतिक तौर पर जां धार्मिक तौर पर गिरावट आई हुई सी, उस दे विरुद्ध आवाज़ बुलंद की। जदों भी कोई समाज गुलाम होवे, जदों भी किसी समाज की सोच गुलाम हो जाए, क्योंकि जिथे पोलिटिकल लोग जिहड़े ने वो मानव जाति नूं राजनीतिक जां आर्थिक तौर पर गुलाम बना के अपनियां राजगद्दियां नूं कायम रखते हैं, उत्थे इन्हां दी पिठ पूरती है धार्मिक श्रेणी। धार्मिक श्रेणी जिहड़ी है वो मनुख जाति की सोच नूं गुलाम करके कर्मकांडां विच पा के इन्हां नूं अपनी जिंदगी के स्वार्थ पूरे करती रहिंदी है। बाबा कबीर साहब जी ने एक बचन लिखिया बड़ा प्यारा, कहण लगे कबीर कागद की ओबरी मस के कर्म कपाट, पाहन बोरी पृथ्वी पंडित पाड़ी बाट। ओबरी कहा जाता है कैद कोठड़ी नूं। कबीर कागद की ओबरी, मनुखी जाति नूं गुलाम बनाउण दा सब तो पहला तरीका हुंदा है कि उन्हें मानसिक तौर पर गुलाम बनाया जाए। गल केवल राजनीतिक गुलामी की नहीं है, गल केवल शरीरक बंधना की नहीं है, सब तो पहला मनुख नूं मानसिक तौर पर गुलाम बनाया जाता है। मानसिक तौर पर कर्मकांडां च लगाया जाता है, उहदी सोच कर्मकांडां दे अधीन शुरू हो जाती है, उहदे अंदर एक सहम, उहदे अंदर एक डर पैदा किया जाता है। देखो परमात्मा के नां ते मनुख के मन के अंदर डर है। अनेक तरह के नरकों का डर दे के, अनेक तरह का स्वर्गों का लालच दे के, अनेक तरह के वरां सरापां की गल करके मनुख नूं डराया जाता है। उत्थे ना गया फलाना पीर नाराज हो जाएगा, ये डराया जाता है। धर्म के नां ते मनुख डरिया होया है, धर्म नूं भी डरा के प्रचारिया जाता है। लेकिन जिहड़ा धर्म डरा के प्रचारिया जाए वह धर्म नहीं हुंदा। धर्म ने तो मनुख का डर कटना है, धर्म ने तो मनुख के अंदर एक निरभव पदवी पैदा करनी है, निर्भय अवस्था पैदा करनी है। बाबा कबीर साहब जी कह लगे कबीर कागद की ओभरी मस के कर्म कपाट, कह लगे कागजां दी एक कैद कोठड़ी बनाई कर्मकांडी लोगों ने। वो ग्रंथ जिन्हां ते कर्मकांड लिखे हुए ने वो एक कैद कोठड़ी दी नहीं आई ने। मस के कर्म कपाट, मस दा अर्थ है कि स्याही दे नाल जो कर्मकांड उन्हां कागजां ते लिखे हो समझो कि उस कैद कोठड़ी दे दरवाजे ने।
ਤੇ ਜਿਹੜੇ ਚਲਾਕ ਧਾਰਮਿਕ ਆਗੂਆਂ ਨੇ ਇਹ ਕਰਮਕਾਂਡ ਲੋਕਾਂ 'ਚ ਪ੍ਰਚਲਿਤ ਕੀਤੇ, ਪਾਹਨ ਬੋਰੀ ਪ੍ਰਿਥਵੀ, ਇਹ ਸੰਸਾਰ, ਇਹ ਮਨੁੱਖ ਜਾਤੀ ਪੱਥਰ ਦੀ ਪੂਜਾ ਮਗਰ ਲੱਗ ਲੱਗ ਕੇ ਡੁੱਬਣ ਲੱਗ ਪਈ ਤੇ ਪੰਡਤ ਪਾੜੀ ਬਾਟ। ਚਲਾਕ ਧਾਰਮਿਕ ਆਗੂਆਂ ਨੇ ਮਨੁੱਖ ਜਾਤੀ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਬਸ ਗੁਰਬਾਣੀ ਦੀ ਸੋਚ ਜਿਹੜੀ ਹੈ ਸਾਨੂੰ ਇਸ ਲੁੱਟ ਖਸੁੱਟ ਤੋਂ ਬਚਾਉਣਾ ਚਾਹੁੰਦੀ ਹੈ। ਭਗਤ ਜਨਾਂ ਦੀ ਜਿਹੜੀ ਬਾਣੀ ਹੈ ਨਾ, ਉਹ ਸਾਡੇ ਅੰਦਰ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਪੈਦਾ ਕਰਨਾ ਚਾਹੁੰਦੀ ਹੈ। ਜਦੋਂ ਵੀ ਕੋਈ ਮਨੁੱਖ ਭਾਵੇਂ ਮਾਨਸਿਕ ਤੌਰ ਤੇ ਭਾਵੇਂ ਕਿਸੇ ਵੀ ਪੱਖ ਤੋਂ ਗੁਲਾਮ ਹੋਏ ਨਾ, ਉਹਦੀ ਇੱਕ ਨਿਰਾਸ਼ਤਾ ਪੈਦਾ ਹੋ ਜਾਂਦੀ ਹੈ, ਢਹਿੰਦੀ ਕਲਾ ਪੈਦਾ ਹੋ ਜਾਂਦੀ ਹੈ। ਉਸ ਢਹਿੰਦੀ ਕਲਾ ਨੂੰ ਕੱਟਣ ਦੇ ਲਈ ਗੁਰਬਾਣੀ ਨੇ ਇੱਕ ਸਾਨੂੰ ਬੜੀ ਚੜ੍ਹਦੀ ਕਲਾ ਵਾਲੀ ਸੋਚ ਦਿੱਤੀ, ਪੋਜ਼ਿਟਿਵ ਸੋਚ ਦਿੱਤੀ ਹੈ। ਅੱਜ ਦਾ ਜੋ ਮੁੱਖ ਵਾਕ ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ ਦਾ ਮਾਨਯੋਗ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ, ਉਹਦੇ ਅੰਦਰ ਭਗਤ ਜੀ ਨੇ ਸਾਨੂੰ ਇੱਕ ਅਜਿਹੀ ਸੋਚ ਦਿੱਤੀ ਹੈ ਕਿ ਭਗਤ ਰੱਬ ਦੀ ਬੰਦਗੀ ਕੋਈ ਵੀ ਕਰੇਗਾ ਉਹ ਮਹਾਨ ਬਣ ਜਾਏਗਾ। ਹਿੰਦੁਸਤਾਨ ਦੀ ਸਭ ਤੋਂ ਵੱਡੀ ਤਰਾਸਦੀ ਇਹ ਰਹੀ ਹੈ, ਜਾਂ ਐਵੇਂ ਕਹਿ ਲਓ ਕਿ ਹਿੰਦੁਸਤਾਨ ਤੋਂ ਗੁਲਾਮੀ ਵਿੱਚ ਜਾਣ ਦਾ ਕਾਰਨ ਇਹ ਰਿਹਾ ਹੈ ਕਿ ਇੱਥੇ ਮਨੁੱਖ ਜਾਤੀ ਨੂੰ ਵੰਡ ਦਿੱਤਾ ਗਿਆ। ਇਹ ਉੱਚਾ ਹੈ, ਇਹ ਨੀਵਾਂ ਹੈ, ਇਹ ਦਲਿਤ ਹੈ ਜਾਂ ਇਹ ਉੱਚ ਵਰਗ ਹੈ। ਇਹਦੇ ਕਾਰਨ ਉਹਨਾਂ ਦੀ ਕਿਰਤ ਵੰਡੀ ਗਈ। ਜਿਹੜੇ ਨੀਵੇਂ ਲੋਕ ਉਹਨਾਂ ਨੂੰ ਘਿਰਣਾ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਬਸ ਨਹੀਂ, ਜਿੱਥੇ ਜਾਇਦਾਦਾਂ ਦਾ ਅਧਿਕਾਰ ਕੁਝ ਲੋਕਾਂ ਕੋਲ ਆ ਗਿਆ, ਜਿੱਥੇ ਭਗਤੀ ਦਾ ਅਧਿਕਾਰ ਕੁਝ ਲੋਕਾਂ ਕੋਲ ਆ ਗਿਆ, ਬੰਦਗੀ ਦਾ ਅਧਿਕਾਰ ਕੁਝ ਲੋਕਾਂ ਕੋਲ ਆ ਗਿਆ, ਗਰੀਬ ਨੂੰ ਤੇ ਬੰਦਗੀ ਕਰਨ ਦਾ ਵੀ ਅਧਿਕਾਰ ਨਾ ਦਿੱਤਾ ਗਿਆ। ਗਰੀਬ ਨੂੰ ਤੇ ਧਰਮ ਸਥਾਨਾਂ ਤੇ ਜਾਣ ਦੀ ਆਗਿਆ ਨਾ ਦਿੱਤੀ ਗਈ, ਗਰੀਬ ਨੂੰ ਧਰਮ ਗ੍ਰੰਥ ਪੜ੍ਹਨ ਦੀ ਆਗਿਆ ਨਾ ਦਿੱਤੀ ਗਈ। ਇਹਦਾ ਕਾਰਨ ਸੀ ਕਿ ਉਹਨਾਂ ਲੋਕਾਂ 'ਚ ਜਾਗਰਤੀ ਨਾ ਆ ਜਾਏ, ਉਹ ਲੋਕ ਅਵੇਅਰ ਨਾ ਹੋ ਜਾਣ ਆਪਣੇ ਹੱਕਾਂ ਦੇ ਪ੍ਰਤੀ। ਭਗਤ ਜਨਾਂ ਦੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਉਹਨਾਂ ਨੇ ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰਾਂ ਦੀ, ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਗੁਰਬਾਣੀ ਅੰਦਰ ਕੀਤੀ ਹੈ। ਤੇ ਉਹਨਾਂ ਦੀ ਇੱਕ ਸੋਚ ਹੈ ਕਿ ਆਹ ਜਿਹੜਾ ਸਮਾਜ ਹੈ ਇੱਕ ਬੜਾ ਆਦਰਸ਼ਕ ਸਮਾਜ ਹੋਣਾ ਚਾਹੀਦਾ ਹੈ। ਹਰ ਮਨੁੱਖ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ, ਹਰ ਮਨੁੱਖ ਨੂੰ ਪੂਰਨ ਆਜ਼ਾਦੀ ਹੋਣੀ ਚਾਹੀਦੀ, ਧਾਰਮਿਕ ਆਜ਼ਾਦੀ ਹੋਣੀ ਚਾਹੀਦੀ, ਆਰਥਿਕ ਆਜ਼ਾਦੀ ਹੋਣੀ ਚਾਹੀਦੀ ਹੈ। ਤੇ ਅਜਿਹੀ ਸੋਚ ਅੱਜ ਦੇ ਮੁੱਖ ਵਾਕ ਰਾਹੀਂ ਭਗਤ ਰਵਿਦਾਸ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਪ੍ਰਾਪਤ ਕਰਕੇ ਹਰ ਮਨੁੱਖ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਬੜੀ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰ ਸਕਦਾ ਹੈ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਬਚਨ ਸਰਵਣ ਕਰ ਰਹੇ ਸੀ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਵਾਹਿਗੁਰੂ ਜੀ ਦਾ ਸਿਮਰਨ ਸਭ ਤੋਂ ਮਹਾਨ ਹੈ। ਤੇ ਭਗਤ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਇਹ ਗੱਲ ਦਰਸਾਈ ਹੈ ਕਿ ਜੇ ਵਾਹਿਗੁਰੂ ਜੀ ਦਾ ਸਿਮਰਨ ਉੱਚਾ ਹੈ ਨਾ, ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਉਹ ਵੀ ਸਭ ਤੋਂ ਉੱਚਾ ਬਣ ਜਾਏਗਾ। ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਾ ਕੇ ਹਿਰਦੇ ਵਸਿਆ ਹਰ ਭਗਵਾਨ। ਜਿਸ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਵਸ ਜਾਏ ਉਹ ਸਭ ਤੋਂ ਉੱਚਾ ਬਣ ਜਾਂਦਾ ਹੈ। ਉੱਥੇ ਇਹ ਨਹੀਂ ਕਿ ਉਹ ਕਿਸ ਘਰ 'ਚ ਪੈਦਾ ਹੋਇਆ, ਕਿਸ ਕੁੱਲ 'ਚ ਪੈਦਾ ਹੋਇਆ। ਭਗਤ ਜੀ ਜੋ ਪੈਗਾਮ ਇਸ ਮੁੱਖ ਵਾਕ ਰਾਹੀਂ ਸਾਨੂੰ ਦੇ ਕੇ ਸਾਡੇ ਅੰਦਰ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਪੈਦਾ ਕਰ ਰਹੇ ਨੇ, ਆਓ ਆਪਾਂ ਭਗਤ ਜੀ ਦੇ ਇਹਨਾਂ ਬਚਨਾਂ ਨੂੰ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਦੇ ਹਾਂ, ਰਸਨਾ ਨੂੰ ਪਵਿੱਤਰ ਕਰਨ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਜਿਹ ਕੁਲ ਸਾਧ ਬੈਸਨੋ ਹੋਏ। ਬੈਸਨੋ ਦਾ ਅਰਥ ਇੱਥੇ ਪਰਮਾਤਮਾ ਹੈ। ਜਿਸ ਵੀ ਘਰ ਦੇ ਵਿੱਚ ਪਰਮਾਤਮਾ ਦਾ ਸੰਤ, ਪਰਮਾਤਮਾ ਦਾ ਭਗਤ ਪੈਦਾ ਹੋ ਜਾਏ, ਜਿਸ ਘਰ ਦਾ ਅਰਥ ਇਹ ਹੈ ਕਿ ਜ਼ਰੂਰੀ ਨਹੀਂ ਕਿ ਉੱਚੀ ਕੁੱਲ 'ਚ ਭਗਤ ਪੈਦਾ ਹੋਣਾ ਹੈ। ਦੇਖੋ ਭਗਤ ਤਾਂ ਕਿਤੇ ਵੀ ਪੈਦਾ ਹੋ ਸਕਦਾ ਹੈ, ਰੱਬ ਦੀ ਬੰਦਗੀ ਕੋਈ ਵੀ ਕਰ ਸਕਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਕਿ ਕਦੀ ਬੰਦੇ ਨੂੰ ਕੁੱਲ ਦਾ ਮਾਲ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਜਦੋਂ ਆਪਾਂ ਦੇਖਦੇ ਹਾਂ ਨਾ, ਦੈਨ ਸੁਤ ਭਗਤ ਪ੍ਰਗਟ ਪ੍ਰਹਿਲਾਦ ਪਏ, ਕਹਿਣ ਲੱਗੇ ਕਿ ਦੈਂਤਾਂ ਦੇ ਘਰ ਵਿੱਚ ਭਗਤ ਪ੍ਰਹਿਲਾਦ ਪੈਦਾ ਹੋ ਗਿਆ। ਹਰਨਾਕਸ਼ ਦੇ ਘਰ 'ਚ ਹੀ ਪੈਦਾ ਹੋਏ ਸਨ ਭਗਤ ਪ੍ਰਹਿਲਾਦ ਜੀ। ਤੇ ਇੱਕ ਗੱਲ ਹੋਰ ਕਹੀ ਭਾਈ ਸਾਹਿਬ ਜੀ ਨੇ ਕਿ ਘਰ ਹਰਨਾਕਸ਼ ਦੈਂਤ ਤੇ ਕੱਲਰ ਕਵਲ ਭਗਤ ਪ੍ਰਹਿਲਾਦ। ਜਿਵੇਂ ਕੱਲਰੀ ਧਰਤੀ ਵਿੱਚ ਕਵਲ ਦਾ ਫੁੱਲ ਪੈਦਾ ਹੋ ਜਾਏ ਨਾ, ਇਵੇਂ ਦੈਂਤ ਦੇ ਘਰ 'ਚ ਇੱਕ ਭਗਤ ਪੈਦਾ ਹੋ ਗਿਆ। ਇਹ ਕਿਵੇਂ ਕਹਿ ਸਕਦੇ ਕਿ ਕਿਸੇ ਖਾਸ ਖੁੱਲ 'ਚ ਹੀ ਭਗਤ ਪੈਦਾ ਹੋ ਸਕਦਾ ਹੈ। ਕਹਿਣ ਲੱਗੇ ਦੇਖੋ ਸੂਰਜ ਨੂੰ ਦੇਵਤਾ ਮੰਨਦੇ ਨੇ ਲੋਕ। ਦੇਵਤਾ ਸੂਰਜ ਦਾ ਪੁੱਤਰ ਹੈ ਸ਼ਨੀਚਰ, ਜਿਹਦੇ ਨਾਂ ਤੋਂ ਸਾਰੇ ਹੀ ਡਰਦੇ ਨੇ। ਦੇਵਤੇ ਦੇ ਘਰ 'ਚ ਸ਼ਨੀਚਰ ਪੈਦਾ ਹੋ ਗਿਆ, ਦੈਂਤਾਂ ਦੇ ਘਰ 'ਚ ਭਗਤ ਪੈਦਾ ਹੋ ਗਏ। ਕਹਿਣ ਲੱਗੇ ਜਿਹਨੂੰ ਆਪਾਂ ਕਹਿੰਦੇ ਨਾ ਦੇਵਤਿਆਂ ਦੀ ਪੁਰੀ, ਜਿੱਥੇ ਕੰਸ ਪੈਦਾ ਹੋਇਆ ਮਥੁਰਾ, ਉੱਥੇ ਕੰਸ ਪੈਦਾ ਹੋ ਗਿਆ ਦੇਵਤਿਆਂ ਦੀ ਪੁਰੀ 'ਚ। ਤੇ ਜਿਹਨੂੰ ਦੈਂਤਾਂ ਦੀ ਪੁਰੀ ਕਹਿੰਦੇ ਲੰਕਾ, ਉੱਥੇ ਭਵਿੱਖਣ ਵਰਗਾ ਭਗਤ ਪੈਦਾ ਹੋ ਗਿਆ। ਸਮੁੰਦਰ ਦੇ ਵਿੱਚੋਂ ਜ਼ਹਿਰ ਪੈਦਾ ਹੋ ਗਈ ਤੇ ਸੱਪ ਜਿਹੜਾ ਜ਼ਹਿਰ ਨਾਲ ਭਰਿਆ ਹੁੰਦਾ ਉਹਦੇ ਮੱਥੇ ਤੇ ਰੱਬ ਨੇ ਇੱਕ ਮਣੀ ਰੱਖ ਦਿੱਤੀ, ਬੜੀ ਕੀਮਤੀ ਚੀਜ਼। ਜਿੱਥੇ ਜ਼ਹਿਰ ਉੱਥੇ ਮਣੀ ਰੱਖ ਦਿੱਤੀ, ਜਿੱਥੇ ਸਮੁੰਦਰ ਉੱਥੇ ਜ਼ਹਿਰ ਰੱਖ ਦਿੱਤੀ। ਕਹਿਣ ਲੱਗੇ ਕਦੀ ਕੋਈ ਮਾਣ ਨਾ ਕਰੇ ਕਿ ਮੈਂ ਉੱਚੀ ਕੁੱਲ 'ਚ ਪੈਦਾ ਹੋਇਆ ਜਾਂ ਕਿ ਮੈਂ ਬਹੁਤ ਵਧੀਆ ਕਿਸੇ ਖਾਸ ਥਾਂ ਤੇ ਰਹਿ ਰਿਹਾ। ਮੁਬਾਰਕ ਹੈ,
पर जिथों तक वडियाई की गल है ना, वो तो रब की बंदगी जिहड़ा करेगा उन्होंने प्राप्त होएगी। इवें कह लो कि जिस मनुख की करनी चंगी होएगी, किरदार चंगा होएगा, वह मनुख ही वडियाई का पात्र बन सकेगा। भगत जी ने अमृतमई बाणी च एक बचन किया कि बंदा खट कर्म कुल संयुगत, बंदा 6 शास्त्रां दा ज्ञाता होए, सारे कर्म करता होवे, पर हर भगत हिरदे ना है। वाहिगुरू जी की बंदगी मनुख दे हिरदे च होवे, चरणार बिंद ना कथा पावे, वाहिगुरू जी की गल कोई उन्होंने चंगी ना लगती होए, सुप च तुल समान, कह लगे वो तो चंडाल दी नहीं है, जन्मिया होए उच्ची कुल विच, रब की गल कदी उन्हें सुनी ना होए, चंगे काम दे कदी वो नेड़े ना गया होए, कह लगे वो चंडाल दी नहीं है। जरूरी नहीं कि उच्ची कुल च सारे चंगे पैदा होंदे ने, कुल का मान करना बड़ी खतरनाक गल है। देखो गुरबाणी ने एक सानू अजिही सोच दी है, जे तुहानू वाहिगुरू जी ने चंगे घर च पैदा किया तो वाहिगुरू जी का शुक्र करो, हंकार ना करो। दरअसल जिथे भी परमात्मा ने सानू मनुख बना के भेज दिता है ना, वो कुल महान ही है, वो कुल जिहड़ी है वो किथे घट नहीं है। मनुख होना एक बड़ी महानता की गल है। तो गुरबाणी ने एक सोच दी है, जे तुहाडे कोल धन बहुत है, जे तुसीं चंगे नगर चो चंगे घर चो, तो इहदा हंकार होना माड़ी गल है। पर दूजे बन्ने तुसीं जेकर लोकां दीयां नज़रां च एक अजिहे थां ते जिहनूं लोकी नीवां कहिंदे ने, उस घर च पैदा होकर तुहाडे हिरदे विच निराशता जां निमोसी होना, यह भी एक बड़ी माड़ी गल है। हंकार होना माड़ी गल है, तो मनुख जाति हुंदियां हिरदे विच हीण भावना होनी होर माड़ी गल है। दोवें माड़ियां गल्लां ने। गुरमत ने वो हीण भावना भी कट्टी, गुरमत ने अहंकार भी कट के सानू एक बराबर का जीवन दिता है कि समुची मानवता जिहड़ी बराबर दी है। एक गाथा याद आ गई, सेवापंथी महापुरखों का इतिहास पढ़ते हैं, बड़ियां प्यारियां कथा कहानियां मनुखी जिंदगी च उल्लास पैदा करने वालियां, बड़ी सिख जगत की मनुखता की बड़ी सेवा की इस पंथ ने। भाई कन्हैया जी तो आरंभ हुई इस श्रृंखला। कहते इस मत के एक महापुरख बचपन तो ही वैरागी, रब के प्यार वाले, चंगे घराने च खतरी घराने च पैदा हुए सन। बचपन तो वैराग पैदा हो गया। एक दिन जी किया, घरों बिना दसिया उठे, पिंड की धर्मशाल च जाके बैठ गए। एक दिन नहीं मिले, 2 दिन नहीं मिले, लब की गलबात शुरू हुई। किसी ने दसिया घर वालों कि तुहाडा मुंडा ते धर्मशाल च जाके बैठ गया। कभी समाज च अजिही सोच भी सी कि जिहड़ा बंदा धर्मशाल समझ बैठ जाता उन्होंने निकम्मा ही गिणिया जाता सी। वैसे भी आपां जदों धार्मिक जगत नज़र मारते हैं, भगत लफज, संत लफज कुछ उन्हां लोकां दे नाल जुड़ गया जिहड़े वाकई किरतकार तो भजे हुए लोग सन, जिहड़े अपनियां गृहस्थ दियां जां मनुखी जिम्मेवारियां तो भजे हुए लोग सन। लेकिन संत भगत जां धार्मिक दा अर्थ नहीं कि अपनियां जिम्मेवारियां तो भजे। संत जां भगत वह है जिहड़ा अपनियां जिम्मेवारियां नूं निभाउंदा होया मनुखता की सेवा करे। जिन्हां भगत जनां दी बाणी गुरु ग्रंथ साहिब जी विच सुभाएमान है, वह सारे गृहस्थी, वह सारे किरती और सारे मनुखी समाज के वड्डे सेवादार सन। धर्मशाल च बैठा पता लगा, बापू जी गए जाके कहण लगे, काका इत्थे काहनूं बैठा है, एडा वड्डा साडा घराना, एडी वड्डी साडी कुल, तू इत्थे बैठा चंगा लगदा है कोई? ते अगों उन्हां महापुरखां ने एक बड़ी प्यारी गल कही, कहण लगे बापू जी जिस कुल दा तुसीं मान करदे ना, वो कुल तो तुहाडी खोते दे झुल नालों भी माड़ी है, खोते दे झुल नालों। कहण लगे एक दिन की गल है, सर्दी जी रुੱਤ च तुसीं मैनूं खेतां च पानी लाउण लई भेजिआ ते रात नूं ठंड बड़ी मैनूं लगदी सी। जदों ठंड लगदी सी ना ते मैं ठंड नूं कहा कि मैनूं तंग ना कर, मैं बड़े चंगे घराने च जन्मिआ, बड़ा अमीर घर है मेरा, चंगी कुल है मेरी, मैनूं तंग ना कर। तुहाडी कुल दा वास्ता पाया ते ठंड ने मैनूं छड्डिआ नहीं। जो ठंड बहुत तंग करन लगी, लागे खोते का झुल पिया, चुक के मैं उत्ते लै लिया, ठंड भज गई। तो मैं सोचिया कि तुहाडी कुल ते खोते के झुल नालों भी माड़ी, ये तो मैनूं इत्थों ठंड तो नहीं बचा सकी, तो जमां दी मार तो किवें बचाएगी? कुल दे मार ने जमां दी मार तो नहीं बचाउणा। इस करके बापू जी मैं तो वाहिगुरू जी दे सिमरन जुड़ांगा, रब की बंदगी जुड़ांगा। भगत जी इत्थे एक बचन कह रहे, जे कुल साध बैसन होए, जे कुल दा अर्थ कि जिस भी कुल विच, वो कुल भावें कोई होए, जिथे रब का भगत पैदा हो जाता है, वर्ण अवर्ण रंक नहीं ईश्वर, बिमल बास जानिए जग सोए। वर्ण का अर्थ है कि भावें वो चंगे वर्ण विच है, रब ने तो सारी मानवता एक वर्ण च ही पैदा की, क्योंकि मनुख ने वंडियां पा लईआं। तो उस सोच नूं लैके भगत जी कहंदे भावें वो मनुख दीआं नज़रां च चंगी कुल विच है, भावें वो माड़ी कुल विच है, भावें वो अमीर है, भावें वो गरीब है, जिथे भी कोई रब की बंदगी करेगा विमल, वो मैल तो रहत हो जाएगा, महान बन जाएगा। कह लगे विमल बास जानिए जग सोए, जिथे भी कोई रब की बंदगी करेगा उसकी सुगंध दुनिया च प्रगट हो ही जाएगी। उन्होंने नीवी कुल जां उन्होंने गरीबी ढक नहीं सकेगी।
भाई गुरदास साहब जी ने एक बचन लिखिया, जदों भगत साहब जी की वडियाई की ना, कह लगे भगत भगत जग वजिया चौचक्कां विच चमरेटा। अगे जाके बचन के ज्यों कर मैले चीथड़े हीरा लाल अमोल लपेटा। जिवें मैले जे कपड़ियां च एक बड़ा कीमती हीरा लपेटिया होए ना, वो मैले कपड़े जेड़े ने वो कीमती हीरे की चमक नूं घटा नहीं सकते, उहदी कीमत उत्थे भी बनी रहिंदी है। इसे तरीके दे नाल रब दा भगत किसी भी कुल च पैदा हो जाए, उहदी वडियाई दुनिया च प्रगट हो ही जाती है, उहदी महानता दुनिया च प्रगट हो ही जाती है। गुरबाणी विच सतगुरु जी ने बेअंत अजिहे लफ्ज़ कहे, साडे अंदर एक चढ़दी पैदा कलदा पैदा की। जिवें कह लो कि आ जिहड़ी ऊच नीच जां वरण वंड दे हिसाब दे नाल मनुख दे मन च हीण भावना हुंदी है, उस हीण भावना नूं कट्टण दे लई भगत जी ने बड़े प्यारे बचन के कहण लगे, अजामल वर्गे पिंगला वर्गे शिकारी वर्गे तर गए, ऐसे दुरमत तर गए तू क्यों ना तरे रविदास। ਇਹੋ ਜਿਹੇ ਬੰਦੇ ਜਿਹੜੇ ਤਰ ਗਏ, तेरा क्यों नहीं पारो तारा होवेगा। वाहिगुरु इन्ना महान है कि ਜਿਹੜਾ ਉਹਦੇ प्यार च जुड़ जाए, वाहिगुरु ਉਹਦੀ ਵਡਿਆਈ बना ਦਿੰਦਾ है, ਉਹਦੀ महानता बना ਦਿੰਦਾ है। ਤੇ केवल परमात्मा ਦੀ ਇਹ खूबी है। मनुख जाति च कोई विरला प्राणी है ਜਿਹੜਾ किते गरीब ਦੀ ਬਾਹ ਫੜੇ। ਨਹੀਂ ਆਪਾਂ देखते हैं गरीब ਜਿਹੜਾ ਭਾਵੇਂ ਉਹ सच्चा भी ਹੋਵੇ, ਭਾਵੇਂ ਉਹ ਚੰਗਾ भी ਹੋਵੇ, कई वारी ਆਪਾਂ ਇਸ ਕਰਕੇ ਉਹਦੀ ਗੱਲ नहीं करते किते अमीर नाराज ना हो जाए, ਉਹਦੀ ਗੱਲ ਕਰਨ ਦੇ ਲਈ ਕੋਈ ਤਿਆਰ नहीं है। इस करके सतगुरु जी ने एक बचन वरतिया गुरबाणी च बड़ा प्यारा, जिथे एक घटना लिखी ना भगत कबीर जी ने, जदों भगत कबीर जी हस्तिनापुर च आए, रात बिदर दे घर ठहर गए, दुर्योधन दे कोल गए नहीं। दुर्योधन ने गिला किया कि मेरे घर छड्ड के, राज महल छड्ड के साडे एक गोले दे घर च जाके सुते हो तुसीं। ते अगों श्री कृष्ण जी ने जिहड़ी गल कही वो बड़ी इनकलाबी गल सी। गुरबाणी च भगत जी ने अंकित की, राजन कौन तुम्हारे आवे, ऐसो भाओ बिदर को देखियो ओ गरीब मोह पावे। कहने को गरीब मैनू चंगा लगता, मन च प्यार है। इसे शब्द नाल उचेचे तौर पर एक बचन अंकित किया सतगुरु जी ने। वो बचन है कि सूरा सो पहचानी है जो लरै दीन के हेत, पुरजा पुरजा कट मरै कबू ना छाड़े खेत। सूरमा वो है जिहड़ा गरीबां दी खातर लड़दा है, सूरमा वो है जिहड़ा मजलूमां दी बाह फड़दा है। इस करके सतगुरु जी कहते हैं कि इस जगत में गरीबों की बांह तो कोई विरला ही फड़दा है, हर कोई नहीं। आप देखते गरीब सच्चा होए, गरीब ठीक भी होवे, लेकिन इस करके आप उसकी गल नहीं करते अमीर नाराज ना हो जाए, अमीर साडे विरुद्ध ना हो जाए। इस करके गरीब जिहड़ा बेचारा पछड़दा जांदा है। लेकिन भगत रविदास साहब जी कहन लगे कि तुहानूं निराश होने की लोड़ नहीं है। वाहिगुरु जी दे प्यार जुड़ जो, वाहिगुरु जी इन्ना महान है कि उहदे वर्गा काम होर कोई कर ही नहीं सकता। ऐसी लाल तुझ बिन कौन करे, गरीब नवाज गुसैया मेरा माथे छत्र धरै। जाकी छोट जगत को लागे तां पर तू ही टरै, नीच है ऊंच करे मेरा गोविंद काहूं ते ना डरै। वह परमात्मा किसी को डरदा नहीं है। जिवें असीं सच कहण लगे डर जाने, कई बारी कोई नाराज ना हो जाए जे सच कह दिता तो। सच कहण लगे डरदे आपां, इहदा मतलब अंदर सच नहीं है, सच जाणदे भी आपां सच नहीं कहिंदे। भगत कौन है जिहदे मन च सच है, मन सच्चा मुख सच्चा सोए, अवर ना पेखै एक बिन कोए, नानक ए लक्षण ब्रह्म ज्ञानी होए। जिहदे मन च सच है, जिहड़ा कन्नां नाल सोचदा, जिहड़ा सच दी गल करदा है, वह भगत है। भगत वो नहीं है कि जिहड़ा रोटियां की खातर लोगों की मुथाजगी करे, उन्होंने भगत नहीं किया गुरमत ने। आखो सतनाम श्री वाहिगुरू। भगत की रब दे प्यारे की पहली पहचान यह है, वह किसी का मुथाज नहीं हुंदा, रोटी लिए भी किसी का मुथाज नहीं हुंदा, वह किरताप करता है। जिस मनुख ने लोगों के दुख कटने ने सब तो पहलों अपने पैरों पर खड़ा हुंदा है। इस करके सतगुरु सच्चे पातशाह जी कहते कि परमात्मा नीवें नूं उच्चा कर दिंदा है। इत्थे भगत रविदास साहब जी कहण लगे कि भगत किसी भी थां ते पैदा हो जाए, ਉਹਦੀ ਵਡਿਆਈ प्रगट हो जाती, क्योंकि वह सच के मार्ग पर चलता है, वह गरीबों की बांह फड़दा है, वह हमेशा ही कुरीतियां के विरुद्ध खड़ा हो जाता है। जिन्ना भगत साहबान की बाणी आप पढ़ रहे, भगत रविदास साहब जी, कबीर साहब जी, नामदेव साहब जी, सैन जी, धन्ना जी, उन्होंने गल करते हैं। सतगुरु जी ने बचन लिखिया, गोबिंद 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 संग नाम दियो मन लीना, आड दाम को छिपुरो होयो लाखीना। तनना बुनना त्याग के प्रीति चरण कबीरा, नीच कुला जुलाहरो भयो गुनी गहीरा। रविदास टवंता ढोर नी तिन त्यागी माया, प्रगट हुआ साध संग तिन दर्शन पाया। वाहिगुरु जी की सिमरन करते हैं भगत नामदेव जी, भगत रविदास साहब जी की वडियाई बन गई। बाबा रविदास साहब जी कहते कि अब विपर प्रधान ते करे डंडौत,
ਵੱਡੇ ਵੱਡੇ विद्वान पंडित भी ਜਿਹੜੇ आ के नमस्कारां ਕਰਨ ਲੱਗ ਪਏ। ਇਹ ਵਡਿਆਈ ਹੈ ਵਾਹਿਗੁਰੂ ਜੀ ਦੇ ਸਿਮਰਨ ਦੀ। सूरज ਜਦੋਂ ਚੜ੍ਹਦਾ ਹੈ ਨਾ ਪ੍ਰਭਾਤ ਵੇਲੇ, ਅੰਮ੍ਰਿਤ ਵੇਲੇ ਸੂਰਜ ਜਦੋਂ ਚੜ੍ਹਦਾ ਹੈ, ਉਹਦੀਆਂ ਜਿਹੜੀਆਂ ਪਹਿਲੀਆਂ ਕਿਰਨਾਂ ਜਿਸ ਥਾਂ ਤੇ ਚਲੀਆਂ ਜਾਣ ਨਾ ਉਸ ਅਸਥਾਨ ਨੂੰ ਆਪਣੀ ਸ਼ੋਅ ਪ੍ਰਦਾਨ ਕਰ ਦਿੰਦੀਆਂ ਨੇ। ਉਹ ਕਿਰਨਾਂ ਵੀ ਸੁਨਹਿਰੀ ਹੋ ਜਾਂਦੀਆਂ, ਉਹ ਥਾਂ ਵੀ ਸੁਨਹਿਰੀ ਹੋ ਜਾਂਦਾ ਹੈ। ਸੂਰਜ ਦੀਆਂ ਪਹਿਲੀਆਂ ਕਿਰਨਾਂ ਤਰੇਲ ਦੀਆਂ ਬੂੰਦਾਂ ਤੇ ਪੈ ਜਾਣ, ਉਹ ਤਰੇਲ ਦੀਆਂ ਬੂੰਦੀਆਂ ਵੀ ਸੁਨਹਿਰੇ ਮੋਤੀਆਂ ਵਾਂਗੂ ਨਜ਼ਰ ਆਉਂਦੀਆਂ ਨੇ। ਸੂਰਜ ਦੀਆਂ ਇਹ ਲਾਲ ਭਾਅ ਵਾਲੀਆਂ ਗੁਲਾਬੀ ਭਾਅ ਦੀਆਂ ਕਿਰਨਾਂ ਅਗਰ ਹਿਮਾਲਿਆ ਪਰਬਤ ਦੀ ਚੋਟੀ ਤੇ ਚਲੀਆਂ ਜਾਣ ਤੇ ਉਹਨਾਂ ਨੂੰ ਵੀ ਸੁਨਹਿਰੀ ਕਰ ਦਿੰਦੀਆਂ ਨੇ। ਸੁਮੇਰ ਪਰਬਤ ਇਸੇ ਕਰਕੇ ਕਿਹਾ ਜਾਂਦਾ ਹੈ, ਜਦੋਂ ਉਹਦੀਆਂ ਬਰਫਾਨੀ ਚੋਟੀਆਂ ਸਾਨੂੰ ਸੋਨੇ ਰੰਗੀਆਂ ਨਜ਼ਰ ਆਉਂਦੀਆਂ, ਇਸ ਕਰਕੇ ਇਹਨੂੰ ਸੁਮੇਰ ਪਰਬਤ ਕਿਹਾ ਜਾਂਦਾ ਹੈ। ਸੂਰਜ ਦੀਆਂ ਇਹ ਪਹਿਲੀਆਂ ਕਿਰਨਾਂ ਕਿਸੇ ਵਹਿੰਦੇ ਝਰਨੇ ਦੇ ਜਲ ਤੇ ਪੈ ਜਾਣ, ਉਹ ਝਰਨੇ ਦਾ ਪਾਣੀ ਸੁਨਹਿਰੀ ਹੋ ਜਾਂਦਾ ਹੈ। ਇਹ ਤੇ ਸੂਰਜ ਦੀ ਗੱਲ ਹੈ। जिस परमात्मा की वडियाई करदे साहब जी ने बचन किया, नमो सूरज सूरजे नमो चंद्र चंद्रे। जिहड़ा उस परमात्मा के सिमरन विच जुड़ेगा, उस परमात्मा के सिमरन नालों कितना महान बन जाएगा, उहदी ते वडियाई को बयान नहीं कर सकेगा। इस करके गुरबाणी कहंदी जिहड़ा वाहिगुरू जी के प्यार च जुड़ जाता है, उहदी वडियाई नूं कोई ढक नहीं सकदा। लोकां दीयां नज़रां च कही हुई नीवीं जात उहदी वडियाई नूं रोक नहीं सकदी, ਜਾਂ ਕੋਈ ਥਾਂ ਉਹਦੀ ਵਡਿਆਈ ਨੂੰ ਰੋਕ ਨਹੀਂ ਸਕਦਾ। ਦੇਖੋ ਦੁਨੀਆ ਬਨਾਰਸ ਵਿੱਚ ਜਾ ਕੇ ਵਸਣ ਵਿੱਚ ਵਡਿਆਈ ਮਹਿਸੂਸ ਕਰਦੀ ਕਿ ਬਨਾਰਸ ਵਿੱਚ ਜਾ ਕੇ ਰਵਾਂਗੇ ਤੇ ਸਾਡੀ ਵਡਿਆਈ ਬਣੇਗੀ। ਲੇਕਿਨ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਪੜੋ ਕਿੰਨੇ ਇਨਕਲਾਬੀ ਹੈ। ਬਹੁਤ ਜਨਮ ਸੇ ਪੁਰੀ ਗਵਾਇਆ ਮਰਤੀ ਬਾਰ ਮਗਰ ਉੱਠ ਤਾਇਆ। ਕਹਿਣ ਲੱਗੇ ਸਾਰੀ ਜ਼ਿੰਦਗੀ ਤੇ ਜਿਹੜੀ ਸੀ ਨਾ ਉਹ ਸਿਵਪੁਰੀ ਚ ਬਨਾਰਸ ਵਿੱਚ ਬਤੀਤ ਕਰਦੀ, ਮਰਨ ਵੇਲੇ ਮਗਰ ਵਿੱਚ ਜਾ ਕੇ ਵਸ ਗਏ। ਜਿੱਥੇ ਜਾ ਕੇ ਵਸਣਾ ਲੋਕੀ ਮਾੜਾ ਗਿਣਦੇ ਨੇ, ਉੱਥੇ ਜਾ ਕੇ ਵਸ ਗਏ। ਕਹਿਣ ਲੱਗੇ ਕਿਆ ਉਖਰ ਕਿਆ ਮਗਰ ਵਾਸੀ। ਉਸ ਮਨੁੱਖ ਦੀਆਂ ਨਜ਼ਰਾਂ 'ਚ ਕੋਈ ਮਗਰ ਤਾਂ ਕਾਸੀ ਦਾ ਸਵਾਲ ਹੀ ਨਹੀਂ ਹੈ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ। ਉਹ ਤੇ ਜਿੱਥੇ ਵੀ ਰਹੇਗਾ ਨਾ ਉਸ ਸਥਾਨ ਨੂੰ ਪਵਿੱਤਰ ਬਣਾ ਦੇਗਾ। ਗੁਰਬਾਣੀ ਕਹਿੰਦੀ ਤੀਰਥ ਵੱਡਾ ਕਿ ਹਰ ਕਾ ਦਾਸ। ਸਭ ਤੋਂ ਵੱਡਾ ਤੇ ਪ੍ਰਮਾਤਮਾ ਦਾ ਦਾਸ ਹੈ। ਜਿੱਥੇ ਪ੍ਰਮਾਤਮਾ ਦਾ ਭਗਤ ਜਾ ਕੇ ਬੈਠ ਜਾਏਗਾ ਉਹ ਅਸਥਾਨ ਹੀ ਤੀਰਥ ਬਣ ਜਾਏਗਾ, ਉਹ ਅਸਥਾਨ ਹੀ ਪਵਿੱਤਰ ਬਣ ਜਾਏਗਾ। ਇਸ ਕਰਕੇ ਭਗਤ ਜੀ ਕਹਿੰਦੇ ਨੇ ਕਿ ਬਰਨ ਅਬਰਨ ਰੰਕ ਨਹੀਂ ਈਸ਼ਰ, ਬਿਮਲ ਬਾਸ ਜਾਨੀਐ ਜਗ ਸੋਏ। ਭਾਵੇਂ ਚੰਗੀ ਕੁਲ ਹੋਏ ਭਾਵੇਂ ਮਾੜੀ ਕੁਲ ਹੋਏ, ਭਾਵੇਂ ਕੋਈ ਗਰੀਬ ਹੋਏ ਭਾਵੇਂ ਅਮੀਰ ਹੋਏ, ਜਿੱਥੇ ਵੀ ਕੋਈ ਵਾਹਿਗੁਰੂ ਜੀ ਦੀ ਬੰਦਗੀ ਕਰੇਗਾ ਉਹਦੀ ਜਿਹੜੀ ਵਾਸਨਾ ਹੈ, ਉਹਦੀ ਜਿਹੜੀ ਸੁਗੰਧੀ ਹੈ, ਉਹਦਾ ਜਗਤ ਨੂੰ ਪਤਾ ਲੱਗ ਜਾਏਗਾ। ਇਹ ਕਹਿ ਲਓ ਕਿ ਵਾਹਿਗੁਰੂ ਜੀ ਦੀ ਸਿਮਰਨ, ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਜੋ ਉਹਦਾ ਆਚਾਰ, ਜੋ ਉਹਦੇ ਅੰਦਰ ਕਦਰਾਂ ਕੀਮਤਾਂ ਆ ਜਾਂਦੀਆਂ ਨੇ, ਉਹ ਮਨੁੱਖ ਦੀ ਵਡਿਆਈ ਨੂੰ ਪ੍ਰਗਟ ਕਰ ਦਿੰਦੀਆਂ ਨੇ। ਸਿਮਰਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਅੰਦਰੋਂ ਨਿਰਭਉ ਹੋ ਜਾਣਾ, ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਅੰਦਰੋਂ ਨਿਰਵੈ ਹੋ ਜਾਣਾ, ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਪਰਉਪਕਾਰੀ ਬਣ ਜਾਣਾ, ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਹਮੇਸ਼ਾ ਤਤਪ ਰਹਿਣਾ। ਤੇ ਜਿਸ ਸਥਾਨ ਤੇ ਇਹ ਕਿਰਦਾਰ ਆ ਜਾਏਗਾ ਉਹਨੂੰ ਤੇ ਦੁਨੀਆ ਆਪਣੇ ਆਪ ਜਾਣਨਾ ਸ਼ੁਰੂ ਕਰ ਦੇਵੇਗੀ। ਆ ਜਿਹੜਾ ਖਾਲਸਈ ਕਿਰਦਾਰ ਹੈ ਨਾ, ਇਹ ਗੁਰਬਾਣੀ ਚੋਂ ਪੈਦਾ ਹੋਇਆ ਹੈ। ਖਾਲਸੀ ਕਿਰਦਾਰ ਉਹ ਕਿਰਦਾਰ ਜੋ ਪਰਮਾਤਮਾ ਦਾ ਕਿਰਦਾਰ ਹੈ, ਕਿਉਂਕਿ ਇਹ ਖਾਲਸਾ ਹੈ ਪਰਮਾਤਮਾ ਦਾ ਰੂਪ। ਪਰਮਾਤਮਾ ਨਿਰਭਉ ਨਿਰਵੈਰ ਹੈ, ਖਾਲਸੇ ਨੂੰ ਨਿਰਭਉ ਨਿਰਵੈਰ ਬਣਾਇਆ। ਅੱਜ ਆਪਾਂ ਅਕਸਰ ਇੱਕ ਚਰਚਾ ਕਰਦੇ ਸਿੱਖੀ ਦਾ ਪ੍ਰਚਾਰ ਕਿਵੇਂ ਹੋਣਾ ਚਾਹੀਦਾ ਹੈ, ਤੇ ਆਪਾਂ ਵੱਡੇ ਵੱਡੇ ਸਮਾਗਮ ਕਰਦੇ, ਹੋਰ ਅਨੇਕ ਤਰ੍ਹਾਂ ਦੇ ਵੱਡੇ ਵੱਡੇ ਆਪਾਂ ਕਾਰਜ ਕਰਦੇ ਹੋਣੇ ਚਾਹੀਦੇ ਨੇ। ਪਰ ਇੱਕ ਕੁਐਸਚਨ ਹੈ ਸਾਡੇ ਸਾਹਮਣੇ ਕਿ ਜਦੋਂ ਸਿੰਘ ਜੰਗਲਾਂ 'ਚ ਰਿਹਾ ਕਰਦੇ ਸਨ, ਜਦੋਂ ਸਿੰਘਾਂ ਦੇ ਸਿਰਾਂ ਦੇ ਲੋਕ ਵੈਰੀ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ, ਪਿੰਡਾਂ 'ਚ ਕਦੀ ਵੜਦੇ ਨਹੀਂ, ਉਦੋਂ ਸਿੱਖੀ ਦਾ ਪ੍ਰਚਾਰ ਕੌਣ ਕਰਦਾ ਸੀ? ਉਦੋਂ ਤੇ ਲੋਕਾਂ ਦੇ ਘਰਾਂ 'ਚੋਂ ਲੋਕੀ ਭੱਜ ਕੇ ਸਿੰਘਾਂ ਦੇ ਦਲਾਂ 'ਚ ਜਾ ਕੇ ਵੜ ਜਾਂਦੇ ਕਿ ਆਪਾਂ ਸਿੰਘ ਸੱਜਣਾ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਉਹ ਕੋ ਪਿੰਡਾਂ 'ਚ ਪ੍ਰਚਾਰ ਤਾਂ ਨਹੀਂ ਸੀ ਕਰਨਾ ਆਉਂਦੇ। ਲੇਕਿਨ ਉਦੋਂ ਲੋਕੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਿਆ ਕਰਦੇ ਸਨ, ਉਦੋਂ ਵੀ ਘਰ ਛੱਡ ਕੇ ਲੋਕਾਂ ਦੇ ਬੱਚੇ ਸਿੰਘਾਂ ਦੇ ਜਥਿਆਂ 'ਚ ਜਾ ਕੇ ਰਲ ਕੇ ਕਹਿੰਦੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਉਦੋਂ ਪ੍ਰਚਾਰ ਹੁੰਦਾ ਸੀ ਸਿੱਖ ਦੇ ਕਿਰਦਾਰ ਦੇ ਨਾਲ। ਸਿੱਖ ਦਾ ਕਿਰਦਾਰ ਇਹੋ ਜਿਹਾ ਸੀ ਕਿ ਉਹਦੀ ਸੋਭਾ ਲੋਕਾਂ ਤੱਕ ਪਹੁੰਚ ਗਈ। ਉਸ ਸੋਭਾ ਨੂੰ ਸੁਣ ਕੇ ਲੋਕੀ ਭੱਜ ਕੇ ਸਿੱਖ ਦੇ ਕੋਲ ਆਉਂਦੇ ਕਿ ਸਾਨੂੰ ਸਿੱਖੀ ਚਾਹੀਦੀ ਹੈ। ਇਸ ਕਰਕੇ ਭਗਤ ਵਾਹਿਗੁਰੂ ਜੀ ਦੀ ਬੰਦਗੀ 'ਚ ਜੁੜ ਕੇ ਅਜਿਹੇ ਕਰੈਕਟਰ ਵਾਲਾ ਬਣ ਜਾਂਦਾ ਹੈ, ਅਜਿਹੇ ਆਚਾਰ ਵਾਲਾ ਬਣ ਜਾਂਦਾ ਹੈ ਕਿ ਉਹਦੀ ਵਡਿਆਈ ਲੋਕਾਂ 'ਚ ਆਪਣੇ ਆਪ ਪ੍ਰਗਟ ਹੋ ਹੀ ਜਾਂਦੀ ਹੈ। ਉਸ ਵਡਿਆਈ ਨੂੰ ਜਿੰਨੀ ਮਰਜ਼ੀ ਕੋਈ ਵਿਰੋਧਤਾ ਕਰੇ, ਸਮਾਜ ਕਰੇ, ਪੋਲੀਟੀਕਲ ਤੰਤਰ ਕਰੇ, ਉਸ ਵਿਰੋਧ ਉਸ ਦੀ ਵਡਿਆਈ ਨੂੰ ਲੁਕਾ ਨਹੀਂ ਸਕਦਾ। ਤੇ ਭਗਤ ਜੀ ਨੇ ਫਿਰ ਅੱਗੇ ਬਚਨ ਕਹੇ ਨੇ ਕਿ ਬ੍ਰਾਹਮਣ ਬੈਸ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ। ਕਿਉਂਕਿ ਸਾਡਾ ਸਮਾਜ ਵੰਡਿਆ ਕਈ ਭਾਗਾਂ 'ਚ, ਇਹ ਖੱਤਰੀ ਹੈ, ਸੂਦਰ ਹੈ, ਇਹ ਬ੍ਰਾਹਮਣ ਹੈ, ਇਹ ਵੈਸ ਹੈ, ਕਿਰਤ ਵੀ ਵੰਡ ਦਿੱਤੀ ਗਈ। ਲੇਕਿਨ ਭਗਤ ਜੀ ਕਹਿੰਦੇ ਕੋਈ ਬ੍ਰਾਹਮਣ ਹੋਏ। ਦੇਖੋ ਗੁਰਮਤ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ।
गुरमत कहती कोई ब्राह्मण है तो चंगी गल है, पर ब्राह्मण नूं ब्राह्मण होने का अहंकार नहीं होना चाहिए। लेकिन ब्राह्मण नूं किते गुरमत ने निंदिया नहीं। हाँ, ब्राह्मण के नां ते कोई पखंड करता है तो उन्होंने सतगुरु जी ने जरूर जागृत किया। सतगुरु जी ने किसी नूं निंदिया नहीं है। जे कोई ब्राह्मण ब्रह्म च लवलीन है, जिहदी गल भगत जी ने की, कहो कबीर जो ब्रह्म विचारे सो ब्राह्मण कहिए तो है हमारे, सोई ब्राह्मण पूजन जुगत भी किया, उस ब्राह्मण की वडियाई भी की है। लेकिन जे ब्राह्मण नूं किते माड़ा नहीं किया तो उत्थे ये अधिकार भी किसी नूं नहीं दिता कि कोई किसी शूदर नूं माड़ा कहे जां किसी नूं नीवां कहे। ब्राह्मण होवे जिहड़ा चौं वर्णां को दे उपदेश, जिहड़ा चौं वर्णां नूं बराबरता दा उपदेश दिंदा है, सारियां दे विच बराबरता दा प्यार करदा है। कहण लगे कोई ब्राह्मण होए, कोई शूद्र होए, कोई वैस होवे, कोई चंडाल होए, भावें कोई बड़ा नीच बिरती वाला मलेस होए, जिहड़ा भी वाहिगुरू जी का सिमरन करेगा होए पनीत भगवंत भजन ते आप तार तारे कुल दोए। वाहिगुरू जी की बंदगी करके वह पवित्र हो जाएगा। वाहिगुरू जी की बंदगी करके आप तो पवित्र होएगा। वह अपनिया दोवां कुलों का, नानके दादके का, दोवां का नहीं, वह अपने आले दुआले का भी उद्धार कर देगा। रब का प्यारा जिथे बैठता है वो अपने उपदेश के राही उस धरती के लोगों को वाहिगुरू जी के प्यार च जुड़ के उन्होंने जिंदगी को सफल बना दिंदा है। सो भगत का फर्ज ही ये है कि वह मनुख जाति की, मनुखी समाज की सेवा करे। वाहिगुरू समय समय पर अजिहे भगतों को पैदा करते रहते हैं, क्योंकि परमात्मा अपने इस समाज का बैलेंस रखना चाहता है। इस करके हर जुग जुग भगत उपाया पैज रखदा आया राम राजे। इस समाज का ढांचा जदों भी विगड़न लगता है ना, परमात्मा अजिहे इनकलाबी रूहां नूं इस जगत में भेजदा है जिहड़े कुरीतियां के विरुद्ध आवाज़ नूं बुलंद करते हैं, जिहड़े चंगियां कदरां कीमतां समाज के अंदर प्रचारते हैं। उन्होंने गुरमत ने भगत किया, कहते जिहड़ा भी वाहिगुरू जी की बंदगी करदा वो पवित्र हो जाता है। भगत जी ने एक बड़ी प्यारी गल कही है, कहण लगे गंगा का पानी है ना, गंगा के पानी की तुसीं शराब बना लो ना, वो माड़ी हुंदी है, कोई नहीं पींदा। इस तरीके नाल कोई चंगी कुल च पैदा हो गया है, चंगी कुल च पैदा हो गए कोई माड़े कर्म करता है, वह कभी सत्कारयोग नहीं हो सकता। जिवें गंगा के पानी की शराब बना लो, वो शराब वधिया नहीं हो सकती, उन्होंने कोई पिएगा नहीं। पर दूजे पे कहण लगे वो शराब नूं गंगा के पानी च लिया के पा दो, भावें जिन्ने मर्जी गंदे नाली गंगा दे विच आके डिग पैण, वो सारे ही गंगा बन जाते हैं, पूजनीक बन जाते हैं। इस तरीके नाल को भावें नीवी कुल च होए, भावें माड़ी कुल च होए, जिहड़ा रब की बंदगी करेगा वो पूजनीक बन जाएगा। भगत जी ने एक उदाहरण दी है कि जिवें ताड़ का एक दरख्त हुंदा है, उहदे तो शराब बनती है, उस दरख्त नूं लोकी माड़ा गिणदे, नशा बनता उहदे तो। कहण लगे पर उहदे पत्तियां तो कागज बनते, उहदे कागज के उपर रब का नाम लिख दो, पत्ते भी जिहड़े पूजनीक हो जाते हैं, सत्कारयोग बन जाते हैं। इस तरीके नाल भावें को किसी भी कुल विच है, भावें कोई नीवा है, भावें कोई माड़ा है, जिहड़ा रब की बंदगी करेगा वो सत्कारयोग बन जाएगा, वो वडियाई का पात्र बन जाएगा। तो गुरबाणी विच सतगुरु जी ने उन्हां पुरखां की बड़ी वडियाई की है जिहड़े वाहिगुरू जी के प्यार विच जुड़ गए। सतगुरु जी ने बचन के ने हौं कुर्बाने जाऊं मेहरबाना, हौं कुर्बाने जाऊं, हौं कुर्बाने जाऊं तिना के लैन जो तेरा नाओ, लैन जो तेरा नाओ तिना के हों सद कुर्बाने जाऊं। जिहड़े वाहिगुरू जी का सिमरन करते गुरु बाबा जी कहते हैं मैं उन्हां तो कुर्बान जांदा। ते भगत जी ने साडे अंदर एक सोच पैदा करके कि जिस भी स्थान ते परमात्मा ने तुहानूं पैदा किया, एक मनुख बना के भेज दिता है, तुहाडी जिंदगी च कदी निराशता नहीं आउणी चाहिदी, तुहाडी जिंदगी च एक चाह, तुहाडी जिंदगी च एक चढ़दी कला होनी चाहिए है कि वाहिगुरू जी का सिमरन करके तुसी जिथे हो उत्थे भी मान प्राप्त कर सकते, तुसी वडियाई प्राप्त कर सकते हो। साहब जी कहणगे धन सो गाओ धन सो थाओ, धन पुनीत कुटुंब सब लोए। कहण लगे कि वो गांव, वो स्थान, वो नगर धन है, वो स्थान धन है और वो कुटुंब धन है जिस स्थान से कोई रब की बंदगी वाला पैदा हो जाता है। जिथे बंदगी वाले की वडियाई की है, धन जननी जिन जाया धन पिता प्रदान, वो जननी मां धन है। इस तरीके वो स्थान पवित्र हो जाता है जिथे कोई रब का प्यारा पैदा हो जाता है। उत्थे सतगुरु जी ने गुरबाणी च उन्हों का भी जिक्र किया जिहड़े रब की याद नालों टुटे हुंदे ने। भगत जी ने बचन के ने जेह कुल पूत न ज्ञान विचारी, विधवा कस न पई महतारी। जिस कुल च कोई ज्ञानवान पुत्र पैदा नहीं होया, वो मां ने भाई क्यों जन्म दिता उसनों, विधवा का अर्थ है कि वह जन्म ना ही दिंदी, जन्म दे जोग ही ना बनती। भाव इस धरती ते कोई अज्ञानी पैदा होना,
ਜਾਂ ਇਸ ਧਰਤੀ ਤੇ ਕੋਈ ਕੁਰੀਤੀਆਂ ਕਰਨ ਵਾਲਾ ਮਨੁੱਖ ਪੈਦਾ ਹੋਣਾ, ਇਹ ਮਨੁੱਖੀ ਸਮਾਜ ਦੇ ਉੱਪਰ ਕਲੰਕ ਹੈ। ਤੇ ਭਗਤ ਜੀ ਨੇ ਉਹਨਾਂ ਦੀ ਵਡਿਆਈ ਕੀਤੀ ਹੈ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਜੁੜੇ। ਕਹਿਣਗੇ ਉਹ ਘਰ ਧਨ ਹੈ, ਉਹ ਕੁੱਲ ਧਨ ਹੈ, ਉਹ ਪਰਿਵਾਰ ਧਨ ਹੈ, ਉਹ ਧਰਤੀ ਧਨ ਹੈ, ਜਿੱਥੇ ਕੋਈ ਰੱਬ ਦੀ ਬੰਦਗੀ ਵਾਲਾ ਪੈਦਾ ਹੋ ਜਾਂਦਾ ਹੈ। ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਕਿਉਂਕਿ ਅਜਿਹੀ ਬੰਦਗੀ ਵਾਲੇ ਪੁਰਖਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ। ਬਾਬਾ ਨਾਨਕ ਜੀ ਨੇ ਆਪਣੀ ਜੀਵਨ ਹਯਾਤੀ ਦੇ ਅੰਦਰ ਜਦੋਂ ਸਿੱਧਾ ਨੂੰ ਮਿਲੇ, ਸਿੱਧਾ ਨੇ ਸਤਿਗੁਰੂ ਜੀ ਤੇ ਇੱਕ ਸਵਾਲ ਕੀਤਾ। ਸੁਮੇਰ ਪਰਬਤ ਤੇ ਬੈਠੇ ਨੇ ਸਿੱਧ, ਬਾਬਾ ਨਾਨਕ ਜੀ ਉਹਨਾਂ ਕੋਲ ਗਏ ਤੇ ਸਤਿਗੁਰੂ ਜੀ ਨੂੰ ਕਹਿਣਗੇ, ਸਿੱਧ ਪੁੱਛਣ, ਸੁਣ ਨਾਨਕ, ਮਾਤ ਲੋਕ ਵਿੱਚ ਕਿਆ ਵਰਤਾਰਾ, ਕਿ ਭਾਰਤ ਭੂਮੀ ਦਾ ਕੀ ਹਾਲ ਚਾਲ ਹੈ ਜੀ। ਕਿਉਂਕਿ ਸਿੱਧ ਆਪਣੇ ਆਪ ਨੂੰ ਕੋਈ ਵੱਖਰੇ ਲੋਕ ਦੇ ਵਾਸੀ ਸਮਝਦੇ ਸਨ ਪਹਾੜਾਂ 'ਚ ਬੈਠ ਕੇ। ਤੇ ਬਾਬਾ ਜੀ ਨੇ ਇੱਕ ਗੱਲ ਕੀ, ਬਾਬਾ ਆਖੇ ਨਾਥ ਜੀ ਸੱਤ ਚੰਦਰਮਾ ਕੂੜ ਅੰਧਾਰਾ, ਕਿ ਧਰਤੀ ਦੇ ਉੱਪਰ ਤੇ ਸੱਚ ਦਾ ਚੰਦਰਮਾ ਅਲੋਪ ਹੋ ਗਿਆ, ਕੂੜ ਦਾ ਹਨੇਰਾ ਪਸਰਿਆ ਹੋਇਆ। ਤੇ ਉਸ ਵੇਲੇ ਸਿੱਧ ਕਹਿਣਗੇ ਕਿ ਸਾਰਾ ਹਾਲ ਚਾਲ ਕਿਉਂ ਹੋਇਆ। ਸਤਿਗੁਰੂ ਜੀ ਕਹਿਣਗੇ ਉਹਦਾ ਕਾਰਨ ਕਿ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਹਾਡੇ ਵਰਗੇ ਸਿਆਣੇ ਲੋਕ ਤੇ ਪਰਬਤਾਂ 'ਚ ਆ ਕੇ ਲੁਕ ਗਏ, ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਸੀ। ਸਮਾਜ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਧਾਰਮਿਕ ਲੋਕਾਂ ਦੇ ਉੱਪਰ ਹੁੰਦੀ ਹੈ। ਸਮਾਜ ਨੂੰ ਗਾਈਡ ਉਹਨਾਂ ਨੇ ਕਰਨਾ ਹੁੰਦਾ ਹੈ, ਚੰਗੀਆਂ ਕਦਰਾਂ ਕੀਮਤਾਂ ਦਾ ਪ੍ਰਚਾਰ ਉਹਨਾਂ ਨੇ ਕਰਨਾ ਹੁੰਦਾ ਹੈ। ਉਹਨਾਂ ਦਾ ਜੀਵਨ ਸਮਾਜ ਦੇ ਲਈ ਇੱਕ ਮਾਡਲ ਹੁੰਦਾ ਹੈ, ਇੱਕ ਨਮੂਨਾ ਹੁੰਦਾ ਹੈ, ਜਿਹਦੇ ਤੋਂ ਸਮਾਜ ਨੇ ਸੇਧ ਲੈਣੀ ਹੁੰਦੀ ਹੈ। ਧਾਰਮਿਕ ਦਾ ਅਰਥ ਇਹ ਨਹੀਂ ਹੈ ਕਿ ਕੇਵਲ ਲੋਕਾਂ ਦੀ ਪੂਜਾ ਪ੍ਰਤਿਸ਼ਠਾ ਲੈ ਕੇ ਆਪਣਾ ਹਲਵਾ ਮੰਡਾ ਚਲਾਇਆ, ਕੋਈ ਖਾਸ ਭੇਖ ਪਾ ਲਿਆ ਤੇ ਧਾਰਮਿਕ ਬਣ ਗਿਆ। ਧਾਰਮਿਕ ਦਾ ਅਰਥ ਇਹ ਹੈ, ਭਗਤ ਦਾ ਅਰਥ ਇਹ ਹੈ, ਸੰਤ ਦਾ ਅਰਥ ਇਹ ਹੈ ਜਿਹੜਾ ਦੂਜਿਆਂ ਦੀ ਖਾਤਰ ਅਣਹੋਂਦੇ ਆਪ ਵੰਡਾਏ, ਦੂਜਿਆਂ ਦੀ ਖਾਤਰ ਮਨੁੱਖ ਜਾਤੀ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਜਿਹੜਾ ਹਮੇਸ਼ਾ ਯਤਨਸ਼ੀਲ ਰਹਿੰਦਾ। ਤੇ ਸਤਿਗੁਰੂ ਜੀ ਕਹਿਣਗੇ ਇਹਦਾ ਕਾਰਨ ਹੈ ਕਿ ਤੁਹਾਡੇ ਵਰਗੇ ਸਿਆਣੇ ਗਿਆਨਵਾਨ ਲੋਕ ਜਿਹੜੇ ਸਨ ਉਹ ਤੇ ਲੁਕ ਕੇ ਬੈਠ ਗਏ, ਤੇ ਜਗਤ ਦਾ ਪਾਰ ਉਤਾਰਾ ਕੌਣ ਕਰਦਾ। ਇੱਕ ਥਾਂ ਤੇ ਹੋਰ ਗੱਲ ਕਹੀ ਭਾਈ ਗੁਰਦਾਸ ਜੀ ਨੇ ਕਿ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਵਾ। ਇਹ ਜਦੋਂ ਮਨੁੱਖ ਜਾਤੀ ਮਨੁੱਖੀ ਸਮਾਜ ਰਸਾਤਲ ਵੱਲ ਜਾਣਾ ਸ਼ੁਰੂ ਹੁੰਦਾ ਹੈ, ਉਹਨੂੰ ਕੋਈ ਸਾਧ ਪੁਰਖ ਹੀ ਰੁਕਾਵਟ ਪਾ ਸਕਦਾ ਹੈ। ਇਵੇਂ ਕਹਿ ਲਓ ਕਿ ਉਹਨੂੰ ਚੰਗੀ ਸੇਧ ਜਿਹੜੀ ਉਹ ਭਗਤ ਜਨਾਂ ਨੇ ਸਤਪੁਰਖਾਂ ਨੇ ਦੇਣੀ ਹੁੰਦੀ ਹੈ। ਪਰ ਸਤਪੁਰਖ ਜਗਤ ਅੰਦਰ ਲੋਕਾਂ ਨੂੰ ਚੰਗੀਆਂ ਨਰੋਈਆਂ ਕਦਰਾਂ ਕੀਮਤਾਂ ਦਰਸਾ ਕੇ ਉਹਨਾਂ ਦੇ ਅੰਦਰ ਇੱਕ ਜਿਉਣ ਦਾ ਚਾਅ, ਜਿਉਣ ਦਾ ਉਤਸ਼ਾਹ ਪੈਦਾ ਕਰਦੇ ਨੇ, ਸਮਾਜ ਵਿੱਚੋਂ ਨਿਰਾਸ਼ਤਾ ਨੂੰ ਦੂਰ ਕਰਦੇ ਨੇ। ਤੋ ਭਗਤ ਜੀ ਕਹਿੰਦੇ ਕਿ ਜਿਹੜਾ ਵੀ ਇਹੋ ਜਿਹਾ ਵਿਅਕਤੀ ਜਿਸ ਅਸਥਾਨ ਤੇ ਪੈਦਾ ਹੋ ਜਾਂਦਾ ਹੈ, ਉਹ ਧਰਤੀ ਧਨ ਹੋ ਜਾਂਦੀ ਹੈ, ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ। ਜਿਨ ਪੀਆ ਸਾਰ ਰਸ ਤਜੇ ਆਨ ਰਸ। ਕਹਿਣਗੇ ਜਿਨ੍ਹਾਂ ਨੇ ਵੀ ਵਾਹਿਗੁਰੂ ਜੀ ਦੇ ਨਾਮ ਦੇ ਇਸ ਰਸ ਨੂੰ ਪੀ ਲਿਆ, ਹੋਏ ਰਸ ਮਗਨ ਡਾਰੇ ਬਿਖ ਖੋਏ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਇਸ ਸ੍ਰੇਸ਼ਟ ਰਸ ਨੂੰ ਪੀ ਲਿਆ, ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪੀ ਲਿਆ, ਉਹਨਾਂ ਨੇ ਦੁਨੀਆ ਦੇ ਰਸ ਛੱਡ ਦਿੱਤੇ, ਵਿਖੇ ਰਸ ਤੋਂ ਉੱਚੇ ਉੱਠ ਗਏ। ਵਿਖੇ ਰਸ ਦਾ ਅਰਥ ਹੈ ਕਿ ਉਹ ਕੁਰੀਤੀਆਂ ਜਾਂ ਉਹ ਔਗਣ ਜਿਹੜੇ ਸਾਡੀ ਜ਼ਿੰਦਗੀ 'ਚ ਗਿਰਾਵਟ ਪੈਦਾ ਕਰਦੇ ਨੇ, ਜਿਹੜੇ ਸਾਨੂੰ ਆਤਮਿਕ ਤੌਰ ਤੇ ਖੀਣ ਕਰਦੇ ਨੇ। ਜਿਵੇਂ ਜ਼ਹਿਰ ਪੀਣ ਦੇ ਨਾਲ ਮਨੁੱਖ ਸਰੀਰਕ ਤੌਰ ਤੇ ਮਰ ਜਾਂਦੇ ਨਾ, ਇਵੇਂ ਜ਼ਿੰਦਗੀ ਦੇ ਕੁਝ ਔਗਣ ਨੇ ਜਿਹੜੇ ਜ਼ਹਿਰ ਦੀ ਨਿਆਈ ਸਾਡੀ ਜ਼ਿੰਦਗੀ ਅੰਦਰੋਂ ਖੇੜਾ ਖਤਮ ਕਰ ਦਿੰਦੇ ਨੇ, ਸਾਡੇ ਆਤਮਿਕ ਜੀਵਨ ਨੂੰ ਖਤਮ ਕਰ ਦਿੰਦੇ ਨੇ। ਇਸ ਕਰਕੇ ਰੱਬ ਦੇ ਪਿਆਰੇ ਜ਼ਿੰਦਗੀ 'ਚ ਹਮੇਸ਼ਾ ਹੀ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੁੜ ਕੇ ਇਸ ਸਾਰ ਰਸ ਨੂੰ ਪੀਂਦੇ ਨੇ। ਗੁਰਬਾਣੀ ਨੇ ਇੱਕ ਬਚਨ ਲਿਖਿਆ ਕਿ ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕਿਆ ਕਾ ਨਿਰਣੋ ਡੀਠਾ। ਰੱਬ ਦੇ ਪਿਆਰਿਆਂ ਨੇ ਨਿਰਣਾ ਕਰਕੇ ਦੇਖ ਲਿਆ ਕਿ ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਹੋਰ ਸਾਰੇ ਕੰਮ ਜਿਹੜੇ ਨੇ ਉਹ ਫਿੱਕੇ ਨੇ। ਵਾਹਿਗੁਰੂ ਜੀ ਦੀ ਬੰਦਗੀ ਹੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਕੰਮ ਬਣ ਜਾਂਦਾ ਹੈ। ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਉਹ ਮਨੁੱਖਤਾ ਦੀ ਸੇਵਾ ਕਰਦੇ ਨੇ, ਕਿਉਂਕਿ ਮਨੁੱਖਤਾ ਦੀ ਸੇਵਾ ਵੀ ਵਾਹਿਗੁਰੂ ਜੀ ਦੀ ਬੰਦਗੀ ਦਾ ਇੱਕ ਹਿੱਸਾ ਹੈ। ਗੁਰੂ ਬਾਬਾ ਜੀ ਨੇ ਇੱਕ ਗੱਲ ਕਹੀ ਹੈ ਕਿ ਜੇ ਇਸ ਮਨੁੱਖ ਜਾਤੀ ਦੀ ਆਪਾਂ ਸੇਵਾ ਕਰਾਂਗੇ ਨਾ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਜੇ ਆਪਾਂ ਮਨੁੱਖੀ ਸਮਾਜ ਦੀ ਸੇਵਾ ਕਰਾਂਗੇ ਤੇ ਦਰਗਾਹ 'ਚ ਥਾਂ ਤਾਂ ਹੀ ਸਾਨੂੰ ਮਿਲਣੀ ਹੈ। ਜੇ ਆਪਾਂ ਮਨੁੱਖੀ ਸਮਾਜ ਦੀ ਸੇਵਾ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਾਂਗੇ, ਵਾਹਿਗੁਰੂ ਜੀ ਦਾ ਪਿਆਰ ਨਹੀਂ ਪ੍ਰਾਪਤ ਕਰ ਸਕਦੇ। ਦੇਖੋ ਇਹ ਸਾਰੀ ਮਾਨਵ ਜਾਤੀ ਪਰਮਾਤਮਾ ਦੀ ਹੈ ਨਾ, ਇਹ ਨਹੀਂ ਹੋ ਸਕਦਾ ਕੋਈ ਬੰਦਾ ਰੱਬ ਦੀ ਬੰਦਗੀ ਕਰੇ ਤੇ ਰੱਬ ਦੀ ਬੰਦਗੀ ਦੇ ਨਾਂ ਤੇ ਉਹ ਮਨੁੱਖ ਜਾਤੀ ਨੂੰ ਕਿਸੇ ਨੂੰ ਮਾੜਾ ਕਹੇ, ਕਿਸੇ ਨੂੰ ਚੰਗਾ ਕਹੇ, ਉਹ ਰੱਬ ਦਾ ਭਗਤ ਨਹੀਂ ਖਵਾ ਸਕਦਾ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨਾ ਠਾਏ ਕਹੀਂ ਦਾ। ਜੇ ਤੈਨੂੰ ਉਸ ਪਰਮਾਤਮਾ ਨੂੰ ਮਿਲਣ ਦੇ ਲਈ ਕੋਈ ਖਿੱਚ ਹੈ, ਭੁੱਖ ਹੈ, ਤੇ ਕਦੀ ਕਿਸੇ ਦਾ ਦਿਲ ਨਾ ਦਿਖਾਈ। ਤੇ ਜਦੋਂ ਕੋਈ ਇਹ ਗੱਲ ਕਹੇ ਕਿ ਇਹ ਨੀਵੀਂ ਜਾਤ ਵਿੱਚੋਂ, ਇਹ ਉੱਚੀ ਜਾਤ ਵਿੱਚੋਂ, ਇਹ ਦਿਲ ਦਿਖਾਉਣ ਵਾਲੀ ਗੱਲ ਹੀ ਹੈ ਨਾ। ਇਸ ਕਰਕੇ ਰੱਬ ਦਾ ਭਗਤ ਜਿਹੜਾ ਹੈ ਨਾ, ਉਹਨੂੰ ਤੇ ਸਾਰਿਆਂ ਦੇ ਵਿੱਚੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ। ਰੱਬ ਦਾ ਭਗਤ ਇਹ ਗੱਲ ਕਹਿੰਦੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਅਬਿੰਦ ਨਹੀਂ ਕੋਈ।
परमात्मा तो बिना होर कुछ है ही नहीं है। रब दे भगत नूं ते हर बोल विचों परमात्मा नजर आउंदा है कि सबे कट राम बोले, रामा बोले, राम बिना को बोले रे। इस करके रब दा भगत समुची मनुख जाति दे उधार दे लई जिंदगी बतीत करदा है और उहदी जिंदगी दा जिहड़ा काम हुंदा है वह हमेशा ही मनुखी जाति नूं समर्पण हुंदा है। जिन्हां भगत जनां दी बाणी गुरु ग्रंथ साहिब जी विच अंकित है, आपां उन्हां दा इतिहास पढ़दे हां। उन्हां दी जिंदगी च रुकावटां भी बड़ियां आईयां, पोलीटिकल तौर पर भी उन्हां दे उपर तसद्दुद होया, धार्मिक लोगों ने भी उन्होंने बड़ा धक्का जोरी की, लेकिन उन्होंने बड़ी निडरता दे नाल अपनी इस जिम्मेवारी नूं निभाउंदियां होइयां अपने जीवन नूं सफल किया। ते भगत जी कहंदे कि रब दे प्यारे जिहड़े ने ये दुनिया के रस तो उच्चे उठ के, क्योंकि जदों भी बंदा दुनिया के रसां नाल जुड़ेगा वो आत्मक तौर पर कमजोर हो जाएगा। उहदे मन च एक चाह पैदा होएगा कि जे दुनिया के रस मानने ने किते पोलीटिकल और नाराज ना हो जान, किते राजे महाराजे नाराज ना हो जान। इस करके वो दुनियावी रसां मगर लग के फिर आत्मक तौर पर हीणा हो जाता है, लोगों की गुलामी, लोगों की खुशामद करने वाले बने लग जाता है। लेकिन रब दे प्यारे जिहड़े ने उन्होंने सारे रसां कसां नूं छड्ड के केवल एक वाहिगुरू जी के रस नूं अपनी जिंदगी का निशाना बनाया हुंदा है ते दुनिया के रस त्याग दिंदे ने। ते भगत जी कहंदे पंडित सूर छत्रपत राजा भगत बराबर और न कोई। गल चल रही सी शोभा दी, दुनिया शोभा प्राप्त करने लिए कोई सोचता चंगी कुल च पैदा हो जावां, चंगा विद्वान बन जावां, जां चंगा रुतबा मिल जाए, चंगा मेरे को पावर आ जाए, शायद शोभा बन जाएगी। पर भगत जी कहते जिहड़ा वाहिगुरू जी की बंदगी में जुड़ जाता है ना, उसकी बराबरता कोई विद्वान पंडित भी नहीं कर सकता, कोई वड्डा सूरमा भी नहीं कर सकता, कोई चक्रवर्ती पातशाह भी उसकी बराबरता नहीं कर सकता। रब की बंदगी में जुड़ के जो मान, जो सत्कार, जो बराबरता मिलती, वडियाई मिलती है, उसकी कोई बराबरता नहीं कर सकता। गुरबाणी में सतगुरु जी ने सानू सुचेत किया कि आप जिंदगी का हर कर्म इवें करिए कि आप वाहिगुरू जी दी नज़रां च प्रवान हो जाइए, वाहिगुरू जी की मेहर साडे ते हो जाए। जे आप वाहिगुरू जी की मेहर तो बिना केवल दुनिया को खुश करने वाले बने लग गए ना, क्योंकि ज्यादातर आप यही सोचते कि दुनिया साडे ते प्रसन्न होए। गुरु बाबा जी का एक वचन पढ़ते, बंदिया जे दुनिया प्रसन्न हो भी जाएगी की होएगा, जे जोग चारे आरजा होर दसूणी होए, नवां खंडा विच जाणीए नाल चले सब कोई, चंगा नाव रखाए के जस कीर जग ले, जे तिस नदर ना आवे तां वात ना पुछे के। बंदिया इन्नी वडियाई बन जाए जिथे तू जाए तेरे नाल चलन विच हर को माण महसूस करे। पर एक गल चेते रखी, जे परमात्मा दी नज़रां च वडियाई ना बनी तो किसी ने अखीर वेले बात नहीं पुछनी। जे तू परमात्मा दी नज़रां च प्रवान हो गया, सतगुरु जी कहंदे कोई पंडित तेरी बराबरता नहीं कर सकेगा, कोई सूरमा तेरी बराबरता नहीं कर सकेगा, कोई चक्रवर्ती पातशाह तेरी बराबरता नहीं कर सकेगा। इस करके कहणगे जैसे पुरैन पात रहे जल समीप, भन रविदास जन्मे जग ओए। प्रैन पात चौपत्ती एक पानी दे विच हरी जी सब्जी हुंदी है, वो पानी च रहिंदे नरलेप भी रहिंदी ते पानी दे नेड़े रहिंदी है, पानी तो बिना उहदी जिंदगी नहीं है। भगत रविदास साहब जी कहंदे कि जिहड़े भगत ने रब दे प्यारे वो इवें जगत विच आउंदे जिवें चौपत्ती हुंदी है, रब तो बिना वो जीव भी नहीं सकते, रब तो बिना वो रह भी नहीं सकते, ते जगत विच रहिंदे वो नरलेप भी रहिंदे ने। इवें उन्हां दा इस जगत विच आउणा सफल हो जाता है। भगत का अर्थ है जिहड़ा इस समाज विच रहिंदे होइआं दुनिया तो नरलेप जिंदगी बतीत करता है। गुरबाणी सतगुरु जी ने एक वचन किया, ब्रह्म ज्ञानी सदा नरलेप, जैसे जल में कमल अलेप। भगत इस दुनिया च रहिंदे होइआं दुनिया के वैर वितकरे तो रहत हो के, दुनिया की ईर्खा वाली बिरती तो विषय विकारां तो उच्चा उठ के केवल एक वाहिगुरू जी के रस विच जिंदगी बतीत करदा होया जिथे अपना जीवन सफल कर जाता है, उत्थे समाज नूं भी चंगी सेध प्रदान कर जाता है। ते भगत जी ने वचन किया, कह रविदास जन्मे जग होए। जन्मे जग होए का अर्थ है कि दरअसल असली जन्म तो उन्होंने दा ही है, जगत में जिंदगी का लाहा तो उन्होंने खटे है। परमात्मा ने सानू मनुखा जिंदगी दी है, यदा कोई मकसद है, यदा कोई मनोरथ है। गुरबाणी कहती पही प्राप्त मानुख देहुरिया, गोबिंद मिलने की यह तेरी बरिया, अवर काज तेरे किते ना काम, मिल साध संगत भज केवल नाम। वाहिगुरू जी ने मनुखा देही सानू दी है, ये देही सफल तां ही है जे वाहिगुरू जी के प्यार च जुड़ते हैं। तो जोड़ा वाहिगुरू जी के प्यार च जुड़ जाता है ना, वह सुभाव परमात्मा वर्गा बन जाता है। परमात्मा जिवें हमेशा परोपकार करता है, परमात्मा जिवें सारी जीवां के उपर मेहर करता है, परमात्मा जिवें सारी मनुखता के उपर सम दृष्टि करता है, रब की बंदगी वाला मनुख भी अजिहे सुभाव वाला बन जाता है। वो समुची मानवता के उपर परोपकार ही करता है। भगत जिहड़ा वो परोपकारी हुंदा है। जिवें बदल ने, बदल परोपकार करते हैं, अगे चले जाते, उन्होंने कोई लैण देण नहीं, कुछ लेंदे नहीं मनुख जाति कोलों।
हवा जिहड़ी परोपकार करदी पर उस कुछ लैंदी नहीं है, धरती परोपकार करदी पर कुछ मंगदी नहीं है। इस तरह जिहड़े रब दे भगत हुंदे ने वो परोपकार करदे ने पर उन्हां दा इहदे मगर कोई स्वार्थ नहीं हुंदा जां उहदे मगरले वो दुनिया पासों कुछ मंगदे नहीं है। उन्होंने तो परमात्मा ने दिता ही इन्ना कुछ हुंदा है कि आत्मक तौर पर इन्ने महान हुंदे ने, वो रजे हुए हुंदे ने, संतोख विच हुंदे ने। गुरबाणी च उन्होंने सतगुरु जी ने संतोखी पुरख कह के भी याद किया है। इस करके भगत रविदास साहब जी ने इस मुख वाक के राही एक सानू अजिहा पैगाम दिता है कि वाहिगुरू जी की बंदगी विच जुड़ के मनुख का अजिहा आचार, अजिहा किरदार बन जाता है कि वह जिस भी नगर विच रहे, वो जिस भी कुल विच होवे, जिस भी घर च होवे, ਉਹਦੀ शोभा ਜਿਹੜੀ ਥਾਂ ਥਾਂ ਤੇ ਪ੍ਰਗਟ ਹੋ ਜਾਂਦੀ ਹੈ। ਚੌਂ ਵਰਨਾਂ 'ਚ ਉਹਦੀ ਵਡਿਆਈ ਜਿਹੜੀ ਹੈ ਪ੍ਰਗਟ ਹੋ ਜਾਂਦੀ ਹੈ। ਜਿਵੇਂ ਭਾਈ ਸਾਹਿਬ ਜੀ ਕਹਿੰਦੇ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਵਿੱਚ ਚਮਰੇਟਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ कि ਜਿਹੜਾ परमात्मा ਦੇ प्यार जुड़ जाता है ना, फिर जात वर्ण को पूछे ना ही बांसे चरण रवारो, फिर कोई नहीं पूछता कि किहड़ी जात 'ਚ पैदा होया। गुरु नानक साहब जी महाराज ने अमृतमई बाणी 'ਚ एक बड़ी प्यारी उदाहरण दी, कहने लगी केसर कुसुम मिर्ग मैं हरना सर्ब शरीरी चढ़ना, चंदन भगता जोत अनेही सर्वे परमल करना। केसर हुंदा है, फुल हुंदा है, जिवें सोना हुंदा है, जिवें कस्तूरी हुंदी है, इनू तो कोई नहीं कहना पिटिया गया। सोने नू गरीब का हथ लग गया, आपां कदी कहने पिटिया गया। फुल जिहड़े ने वो गरीब ही तोड़ के साडे तक पहुंचाउंदे, आपां फिर उहनूं धर्म स्थानां ते वरतदे जां गल च पाउंदे। उहनूं कदी आपां कहा कि फुल पिटिया गया, उहनूं किहड़े हथ लगे आपां कदी नहीं गिणिया। इस करके कह लगे जिवें सोना नहीं पिटिया जाता, जिवें फुल नहीं पिटिया जाता, जिवें केसर नहीं पिटिया जाता, जिवें कस्तूरी नहीं पिटी जाती, इसे तरीके नाल जिहड़े रब दे भगत ने वो किसी थां ते होण, वो कदी पिटे नहीं जाते, वो तो सगों लोकां दी पिट नूं उतारदे ने। वो लोकां दे विचों इस भावना नूं खत्म करदे ने। घे पट पांडा कहे ना कोई, ऐसा भगत वरण मैं होए। कि वो जिहड़ा है ना उहदे भांडे दी कोई विचार नहीं करदा, को पवित्र ही गिणिया जांदा है। ये नहीं आपां कहंदे किहदा हथ लगे है। इसे तरीके दे नाल कहण लगे कि भगत किसी भी थां ते पैदा हो जाए, ਉਹਦੀ ਉੱਥੇ भी वडियाई बन जानी है। भगत जी ने सानू ये पैगाम दे के कि रब की बंदगी करदियां होया मनुख आत्मक तौर पर उच्चा उठ जाता है। वो जिथे भी रहेगा ਉਹਦੀ वडियाई जिथे बनेगी, वो कुल, वो स्थान, वो वंश जां वो धरती भागां वाली बन जाएगी। गुरमत का एक मुख मनोरथ है यह जिहड़ा समाज इनू बेगमपुरा बनाउणा, क्योंकि भगत जी ने अपनी जिंदगी अंदर इस संताप नूं हंडाया। समाज वालों जो वैर वितकरे उस वेले मनुख जाति ते हुंदे सन, माफ़ करना अज भी उस तरीके दे नाल है। अज भी जे आपां देखदे हां, सानू गुरु नानक साहब जी ने बड़ा सोहना एक साधन, बड़ा सोहना एक सानू फलसफा दिता सी। लेकिन अज सिख हुंदियां भी आपां देखदे हां पिंडां 'च हरिजनां दे गुरद्वारे वखरे बन गए, उन्हां दीयां धर्मशाला वखरियां बन गईयां। पिंडां 'च आपां दूजियां जातियां दे जिहड़े मड़ियां मसाणा भी वखरे बना दित्ते। ये सिख दी सोच नहीं है, ये सोच उही है जिहड़ी पहलां तो चली आ रही सी, प्रहुतवादी मनुवादी सोच। इस सोच करके तो आप देखते हैं वो लोग जिन्होंने आप मान नहीं दिंदे, वो मनमतियां के अड्डियां ते तुरे चले जाते हैं। आप गिले करते हैं कि फलाना बंदा सिक्खी नूं बड़ी ढाल आ रहा है। मैं पहला बेनती की कि सिक्खी का प्रचार जिहड़ा वो सिक्खी किरदार ने करना है, वो केवल लाउड स्पीकर ला के नहीं होना जां वड्डे वड्डे समागम करने मुबारक है, पर जिहड़ा सिक्खी का प्रचार है, जिवें भगत जी कहते हैं कि जिथे भी भगत जम पेगा ना उसकी खुशबू लोगों तक पहुँच जाएगी। फुल जिथे भी होएगा उसकी खुशबू लोगों तक पहुँच जाएगी। सिक्खी किरदार की खुशबू जिहड़ी उन्होंने देख के लोगों ने सिक्खी नाल जोड़ना है। अज सानू लोड़ है, खालसा जी का जन्म दिहाड़ा आ रहा है, जो सतगुरु जी ने सानू खालसी किरदार गुरबाणी राही दिता सी, उन्होंने धारण करदिया होया आपां उस किरदार की खुशबू लोगों तक पहुँचाइए, ताकि दुनिया उस खुशबू नूं लैके सिक्खी दे नाल जुड़ना शुरू कर देवे। भगत जी ने यही सानू पैगाम दिता है कि वाहिगुरू जी की बंदगी में जुड़ के बंदा जिथे भी है उत्थे वडियाई का पात्र बन जाता है। तो फिर जात वर्ण को पूछे ना ही बांसे शगल रवारो, हर कोई उहदे चरणों की धूड़ लोचदा है, उहदी बराबरता कोई नहीं कर सकता। पंडित सूर छत्रपति राजा भगत बराबर और ना कोई। सतगुरु जी मेहर करन, भगत जी के ये बचन साडे हिरदे च वसन। इन्नियां बेनतियां प्रवान करनियां। 2 दिन की सेवा सतगुरु जी ने कृपा करके बख्शिश की सी। इन्ने समय के दौरान हुई भुलां चुकन की खिमा बख्श देनी। कोटान कोट धन्नवाद है सतगुरु जी का, जिन्हां दी मेहर सदका तुहाडे दीदार प्राप्त होए। गुरु प्यारी साध संगत जी का जिहड़े बहुत मान बख्शदे ने। समुची